ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸਟੂਡੈਂਟਸ, ਆਪਾਂ ਕੋਵਲੈਂਟ ਬੌਂਡ ਫਾਰਮੇਸ਼ਨ ਵਾਲਾ ਟੌਪਿਕ ਜਿਹੜਾ ਅਸੀਂ ਡਿਸਕਸ ਕਰ ਰਹੇ ਸੀਗੇ। ਕੋਵਲੈਂਟ ਬੌਂਡ ਫਾਰਮੇਸ਼ਨ ਦੇ ਵਿੱਚ ਜਿਹੜਾ ਟੌਪਿਕ ਆਪਾਂ ਪਹਿਲਾਂ ਡਿਸਕਸ ਕੀਤਾ ਹੈ, ਉਹਦੇ 'ਚ ਅਸੀਂ ਕੋਵਲੈਂਟ ਬੌਂਡ ਦੀ ਫਾਰਮੇਸ਼ਨ ਜਿਹੜੀ ਹੈ ਉਹ ਜਿਹੜੇ ਕਨਸੈਪਟ ਦੇ ਥਰੂ ਡਿਸਕਸ ਕੀਤੀ ਸੀ, ਉਸ ਕਨਸੈਪਟ ਦਾ ਨਾਮ ਹੈ ਜੀ ਲਿਊਇਸ ਲੈਂਗਮੀਅਰ ਕਨਸੈਪਟ। ਕੀ ਹੈ ਜੀ ਉਸ ਕਨਸੈਪਟ ਦਾ ਨਾਮ? ਲਿਊਇਸ, LEWIS, ਲਿਊਇਸ ਲੈਂਗਮੀਅਰ ਕਨਸੈਪਟ। ਲੈਂਗਮੀਅਰ ਕਨਸੈਪਟ। ਸਟੂਡੈਂਟਸ, ਇਸ ਕਨਸੈਪਟ ਦੇ ਮੁਤਾਬਿਕ ਜਿਹੜੀ ਕੋਵਲੈਂਟ ਬੌਂਡ ਬਣਦੀ ਸੀ ਉਹ ਕਿਸੇ ਵੀ ਐਟਮ ਦੇ ਆਊਟਰਮੋਸਟ ਸ਼ੈਲ ਦੇ ਇਲੈਕਟ੍ਰੋਨ ਦੀ ਮਿਊਚੁਅਲ ਸ਼ੇਅਰਿੰਗ ਦੇ ਥਰੂ ਬਣਦੀ ਸੀ, ਜਿਵੇਂ ਹਾਈਡਰੋਜਨ ਮੋਲੀਕਿਊਲ ਦੀ ਫਾਰਮੇਸ਼ਨ ਆਪਾਂ ਕਿਹਾ, ਠੀਕ। ਸੋ ਇਸ ਤਰੀਕੇ ਨਾਲ ਬਣਦੀ ਸੀ। ਐਂਡ ਦਿਸ ਕਨਸੈਪਟ ਆਫ ਕੋਵਲੈਂਟ ਬੌਂਡ ਫਾਰਮੇਸ਼ਨ ਇਜ਼ ਨੋਨ ਐਜ਼ ਲਿਊਇਸ ਲੈਂਗਮੀਅਰ ਕਨਸੈਪਟ। ਐਕਚੁਅਲ ਸੈਂਸ ਦੇ ਵਿੱਚ ਜਿਹੜਾ ਲਿਊਇਸ ਲੈਂਗਮੀਅਰ ਕਨਸੈਪਟ ਹੈ, ਇਸ ਕਨਸੈਪਟ ਦੀਆਂ ਕੁਝ ਲਿਮਿਟੇਸ਼ਨਸ ਹੈਗੀਆਂ। ਉਹ ਲਿਮਿਟੇਸ਼ਨ ਕੀ ਹੈ? ਜਿਵੇਂ ਇਸ ਪਿਕਚਰ ਦੇ ਵਿੱਚ ਆਕਸੀਜਨ ਦੀ ਫਾਰਮੇਸ਼ਨ ਦਿਖਾਈ ਹੋਈ ਹੈ, ਰਾਈਟ। ਇਹ ਆਪਾਂ ਆਪਣੇ ਪਿਛਲੇ ਲੈਕਚਰਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਨਾਈਟ੍ਰੋਜਨ ਦੀ ਫਾਰਮੇਸ਼ਨ ਦਿਖਾਈ ਹੋਈ ਹੈ, ਹਾਈਡਰੋਕਲੋਰਿਕ ਐਸਿਡ ਦੀ ਫਾਰਮੇਸ਼ਨ, ਕਲੋਰੀਨ ਗੈਸ ਦੀ ਫਾਰਮੇਸ਼ਨ ਦਿਖਾਈ ਹੋਈ ਹੈ। ਬਟ ਦਿਸ ਐਕਸਪਲੇਨੇਸ਼ਨ ਇਜ਼ ਔਨ ਦ ਬੇਸਿਸ ਆਫ ਲਿਊਇਸ ਲੈਂਗਮੀਅਰ ਕਨਸੈਪਟ, ਜਿਹਦੇ 'ਚ ਅਸੀਂ ਆਊਟਰਮੋਸਟ ਸ਼ੈਲ ਦੇ ਇਕੱਲੇ ਇਲੈਕਟ੍ਰੋਨਸ ਨੂੰ ਡਾਟ ਦੀ ਹੈਲਪ ਨਾਲ ਦਿਖਾਣੇ ਆ, ਰਾਈਟ। ਲੇਕਿਨ ਇਸ ਕਨਸੈਪਟ ਦੀਆਂ ਕੁਝ ਲਿਮਿਟੇਸ਼ਨਸ ਹੈ, ਰਾਈਟ। ਔਰ ਉਹ ਲਿਮਿਟੇਸ਼ਨਸ ਕੀ ਆ? ਲਿਮਿਟੇਸ਼ਨਸ ਆਫ ਲਿਊਇਸ ਲੈਂਗਮੀਅਰ ਕਨਸੈਪਟ ਆਫ ਕੋਵਲੈਂਟ ਬੌਂਡ ਫਾਰਮੇਸ਼ਨ। ਸਟੂਡੈਂਟਸ, ਪਹਿਲੀ ਲਿਮਿਟੇਸ਼ਨ ਹੈ how the atom are held together in a molecule like hydrogen, chlorine, etc., in which there is no ions and hence there are no electrostatic forces of attraction. ਸੋ ਪਹਿਲਾ ਪੁਆਇੰਟ ਮੈਂ ਡਿਸਕਸ ਕਰ ਰਹੀ ਹਾਂ ਲਿਊਇਸ ਲੈਂਗਮੀਅਰ ਕਨਸੈਪਟ ਦੀ ਲਿਮਿਟੇਸ਼ਨਸ ਦਾ। ਉਹ ਕਹਿੰਦਾ ਕਿ ਜੇ ਤੁਸੀਂ ਜਿਸ ਤਰ੍ਹਾਂ ਹਾਈਡਰੋਜਨ ਦਾ ਮੋਲੀਕਿਊਲ ਬਣਾਇਆ ਹੈ, ਜਿਸ ਤਰ੍ਹਾਂ ਅਸੀਂ ਸੋਡੀਅਮ ਕਲੋਰਾਈਡ ਬਣਾਇਆ ਸੀ, ਇਹਦੇ 'ਚ ਇਲੈਕਟ੍ਰੋਨ ਦੇ ਟ੍ਰਾਂਸਫਰ ਦੇ ਥਰੂ ਸੋਡੀਅਮ ਦੇ ਵਿੱਚ ਪੋਜ਼ਿਟਿਵ ਚਾਰਜ ਸੀ, ਕਲੋਰੀਨ ਦੇ ਵਿੱਚ ਨੈਗੇਟਿਵ ਚਾਰਜ ਸੀਗਾ, ਔਰ ਇਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਨਾਲ ਜੁੜੇ ਹੋਏ ਸੀ। ਮਤਲਬ ਆਪੋਜ਼ਿਟ ਚਾਰਜ ਇੱਕ ਦੂਜੇ ਨੂੰ ਅਟਰੈਕਟ ਕਰ ਰਹੇ ਸੀ, ਤਾਂ ਬੌਂਡਡ ਹੋ ਗਏ, ਰਾਈਟ। ਲੇਕਿਨ ਹਾਈਡਰੋਜਨ ਦੇ ਕੇਸ ਦੇ ਵਿੱਚ ਜਸਟ ਇਹਨਾਂ ਨੇ ਇੱਕ ਦੂਜੇ ਨਾਲ ਇਲੈਕਟ੍ਰੋਨ ਸ਼ੇਅਰ ਕੀਤੇ ਆ, ਰਾਈਟ। ਇਹਦੇ ਤੇ ਵੀ ਕੋਈ ਚਾਰਜ ਨਹੀਂ ਹੈਗਾ, ਇਹਦੇ ਤੇ ਵੀ ਕੋਈ ਚਾਰਜ ਨਹੀਂ ਹੈਗਾ। ਕਿਹੜੀ ਐਸੀ ਫੋਰਸ ਹੈ ਜਿਹੜੀ ਇਹਨਾਂ ਹਾਈਡਰੋਜਨ ਐਟਮਸ ਨੂੰ ਆਪਸ ਦੇ ਵਿੱਚ ਇੱਕ ਦੂਜੇ ਨਾਲ ਜੋੜ ਕੇ ਰੱਖਦੀ ਆ, ਰਾਈਟ। ਉਸ ਫੋਰਸ ਦੇ ਬਾਰੇ ਇਹਨਾਂ ਨੇ ਕੋਈ ਵੀ ਕਲੈਰਿਟੀ ਨਹੀਂ ਦਿੱਤੀ। ਸੈਕਿੰਡ, ਦ ਸ਼ੇਪ ਆਫ ਦ ਮੋਲੀਕਿਊਲ ਕੰਟੇਨਿੰਗ ਕੋਵਲੈਂਟ ਬੌਂਡ, ਮਤਲਬ ਜਿਹੜੇ ਮੋਲੀਕਿਊਲਸ ਦੇ ਵਿੱਚ ਕੋਵਲੈਂਟ ਬੌਂਡ ਹੁੰਦੀ ਆ ਉਹਨਾਂ ਦੀ ਜਿਓਮੈਟਰੀ ਜਾਂ ਸ਼ੇਪ ਕਿੱਦਾਂ ਦੀ ਹੈ, ਇਹਦੇ ਬਾਰੇ ਵੀ ਇਹਨਾਂ ਨੇ ਕੋਈ ਲਿਊਇਸ ਲੈਂਗਮੀਅਰ ਕਨਸੈਪਟ ਨੇ ਕੋਈ ਵੀ ਡਿਸਕਸ਼ਨ ਨਹੀਂ ਕੀਤੀ। ਦ ਰਿਲੀਜ਼ ਆਫ એનર્ਜੀ ਡਿਊਰਿੰਗ ਦ ਫਾਰਮੇਸ਼ਨ ਆਫ ਕੋਵਲੈਂਟ ਬੌਂਡ, ਜਦੋਂ ਕੋਵਲੈਂਟ ਬੌਂਡ ਬਣਦੀ ਹੈ ਜਾਂ ਕੋਈ ਵੀ ਬੌਂਡ ਬਣਦੀ ਹੈ ਹਮੇਸ਼ਾ એનર્ਜੀ ਰਿਲੀਜ਼ ਹੁੰਦੀ ਹੈ। ਲੇਕਿਨ ਜਦੋਂ ਅਸੀਂ ਲਿਊਇਸ ਲੈਂਗਮੀਅਰ ਕਨਸੈਪਟ ਦੇ ਮੁਤਾਬਿਕ ਕੋਵਲੈਂਟ ਬੌਂਡ ਦਾ ਬਣਨਾ ਦੱਸਿਆ, ਇਹਦੇ ਵਿੱਚ એનર્ਜੀ ਰਿਲੀਜ਼ ਹੋਈ ਜਾਂ ਨਹੀਂ ਹੋਈ, ਇਸ ਚੀਜ਼ ਦੇ ਬਾਰੇ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਹੈਗੀ, ਰਾਈਟ। ਸੋ ਇਹਨਾਂ ਸਾਰੀਆਂ ਕਮੀਆਂ ਨੂੰ ਓਵਰਕਮ ਕਰਨ ਵਾਸਤੇ ਸਾਇੰਟਿਸਟ ਨੇ ਇੱਕ ਨਵਾਂ ਕਨਸੈਪਟ ਦਿੱਤਾ। ਦੈਟ ਕਨਸੈਪਟ ਇਜ਼ ਨੋਨ ਐਜ਼ ऑर्बिटल। अदरवाइज साढ़े कोल दो कंसैप्ट है ਇਹਦੇ, दो थ्योरीज ਇਹਦੇ ਵਾਸਤੇ ਦਿੱਤੀਆਂ ਗਈਆਂ। वन वाज वैलेंस बॉन्ड थ्योरी, वैलेंस बॉन्ड थ्योरी, वैलेंस बॉन्ड थ्योरी, राइट। अगली थ्योरी हैगी है दैट इज मॉलिक्यूलर ऑर्बिटल थ्योरी, मॉलिक्यूलर ऑर्बिटल थ्योरी, राइट। ये दो थ्योरी की हैल्प के नाल असीं कोवलेंट बॉन्ड की फॉर्मेशन जिहड़ी आ वो डिस्कस कर सकते हैं। और असीं इन्हां दे विचों जिहड़ी थ्योरी डिस्कस करनी है दैट इज वैलेंस बॉन्ड थ्योरी, राइट। सो जिहड़ी थ्योरी आपां डिस्कस करन लगे हैं दैट इज वैलेंस बॉन्ड थ्योरी। इहनूं असीं ਇਹ ਵੀ ਕਹਿੰਦੇ ਆ, ਪਹਿਲਾ ਜਿਹੜਾ ਕਨਸੈਪਟ ਅਸੀਂ ਕੀਤਾ ਸੀ दैट इज ਲਿਊਇਸ ਲੈਂਗਮੀਅਰ ਕਨਸੈਪਟ। ਹੁਣ ਜਿਹੜਾ ਕਨਸੈਪਟ ਆਪਾਂ ਕਰਨਾ ਹੈ दैट इज ऑर्बिटल concept of orbital concept of
covalent bond formation. Orbital concept of covalent bond formation. Right, students? Orbital concept of covalent bond formation is concept ਦੇ ਮੁਤਾਬਿਕ ਜਿਹੜੀ covalent bond ਬਣਦੀ ਆ ਇਹ covalent bond is formed by the according to this concept according to this concept a covalent bond is formed by the partial overlap of two half-filled atomic orbitals of two half-filled atomic orbitals containing electrons with opposite spin. So according to this concept, a covalent bond is formed by the partial overlap of two half-filled atomic orbitals containing electrons with opposite spin. Right? मतलब इस concept ਦੇ ਮੁਤਾबिਕ ਜਿਹੜੀ covalent bond ਬਣਦੀ ਆ ਦੋ half-filled orbitals ਦੀ overlapping ਦੇ through ਬਣਦੀ ਆ partial overlapping word ਮੈਂ ਆਪਾਂ ਇੱਥੇ ਇੱਕ word use ਕੀਤਾ ਹੈ partial overlapping ਦਾ ਮਤਲਬ ਕੀ ਹੁੰਦਾ ਰਾਜੇ ਓਵਰਲੈਪ ਕਰਨਾ ਕਿਸੇ ਚੀਜ਼ ਦਾ ਇਸ ਤਰ੍ਹਾਂ ਦੂਸਰੀ ਚੀਜ਼ ਨੂੰ ਢੱਕ ਲੈਣਾ that process is known as overlapping. Right? This is complete overlapping. ਮੇਰਾ ਇੱਕ ਹੱਥ ਨੇ ਦੂਸਰੇ ਹੱਥ ਨੂੰ ਚੰਗੀ ਤਰ੍ਹਾਂ ਢੱਕ ਲਿਆ ਠੀਕ ਪਾਰਸ਼ੀਅਲ ਓਵਰਲੈਪਿੰਗ ਮੇਰੇ ਹੱਥ ਦਾ ਥੋੜੇ ਜਿਹੇ ਹਿੱਸੇ ਨੇ ਇਸ ਹੱਥ ਨੂੰ ਢੱਕਿਆ ਦੂਸਰੇ ਹੱਥ ਨੂੰ ਢੱਕ ਲਿਆ ਠੀਕ ਹੈ ਪੂਰੀ ਤਰ੍ਹਾਂ ਇਹ ਦੋਨੋਂ ਓਵਰਲੈਪ ਨਹੀਂ ਹੋਏ ਹਾਫ ਓਵਰਲੈਪ ਹੋਏ ਆ ਥੋੜਾ ਜਿਹਾ ਹਿੱਸਾ ਇਹਨਾਂ ਦਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਓਵਰਲੈਪ ਕੀਤਾ ਹੈ ਐਂਡ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਪਾਰਸ਼ੀਅਲ ਓਵਰਲੈਪਿੰਗ ਮਤਲਬ ਜਦੋਂ ਕਿਸੇ ਇੱਕ ਐਟੋਮਿਕ ਆਰਬਿਟਲ ਦਾ ਥੋੜਾ ਜਿਹਾ ਹਿੱਸਾ ਦੂਸਰੇ ਐਟੋਮਿਕ ਆਰਬਿਟਲ ਦੇ ਨਾਲ ਸਾਂਝਾ ਹੋ ਜਵੇ ਸ਼ੇਅਰ ਹੋ ਜਵੇ that process is known as partial overlapping right so partial overlapping ਜਦੋਂ ਕਿਸੇ ਇੱਕ ਐਟੋਮਿਕ ਆਰਬਿਟਲ ਦਾ ਕੁਝ ਹਿੱਸਾ ਦੂਸਰੇ ਐਟੋਮਿਕ ਆਰਬਿਟਲ ਦੁਆਰਾ ਢੱਕ ਲਿੱਤਾ ਜਾਂਦਾ ਓਵਰਲੈਪ ਕਰ ਲਿੱਤਾ ਜਾਂਦਾ ਤਾਂ ਉਹਨਾਂ ਦਾ ਆ ਜਿਹੜਾ ਹਿੱਸਾ ਹੈ ਸਾਂਝਾ ਹੋ ਜਾਂਦਾ ਆਪਸ ਦੇ ਵਿੱਚ ਕਾਮਨ ਹੋ ਜਾਂਦਾ ਰਾਈਟ ਇੰਨਾ ਜਿਹੜਾ ਹਿੱਸਾ ਹੈ ਕਾਮਨ ਹੋ ਜਾਂਦਾ ਠੀਕ ਸੋ ਐਟੋਮਿਕ ਆਰਬਿਟਲ ਆਪਸ ਦੇ ਵਿੱਚ ਇੱਕ ਦੂਜੇ ਨਾਲ ਪਾਰਸ਼ੀਅਲ ਓਵਰਲੈਪਿੰਗ ਕਰਕੇ ਕੋਵਲੈਂਟ ਬੌਂਡ ਬਣਾਉਂਦੇ ਆ ਔਰ ਜਦੋਂ ਇਹ ਐਟੋਮਿਕ ਆਰਬਿਟਲ ਆਪਸ ਦੇ ਵਿੱਚ ਓਵਰਲੈਪ ਕਰਦੇ ਆ देयर विल बी द रिलीज ऑफ एनर्जी ਕਿੰਨੀ એનર્ਜੀ ਰਿਲੀਜ਼ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਕਿ ਘੱਟ ਹੁੰਦੀ ਹੈ ਇਹ ਚੀਜ਼ ਡਿਪੈਂਡ ਕਰਦੀ ਹੈ ਕਿ ਐਕਸਟੈਂਟ ਆਫ ਓਵਰਲੈਪਿੰਗ ਕਿੰਨੀ ਆ ਜੇ ਆਰਬਿਟਲ ਜ਼ਿਆਦਾ ਓਵਰਲੈਪ ਕਰਨਗੇ ਜ਼ਿਆਦਾ એનર્ਜੀ ਰਿਲੀਜ਼ ਹੋਊਗੀ ਘੱਟ ਓਵਰਲੈਪ ਕਰਨਗੇ ਘੱਟ એનર્ਜੀ ਰਿਲੀਜ਼ ਹੋਊਗੀ ਰਾਈਟ ਔਰ ਜਦੋਂ ਕੋਵਲੈਂਟ ਬੌਂਡ ਬਣਾਉਣ ਲੱਗੇ ਦੋ ਆਰਬਿਟਲ ਨੇ ਆਪਸ ਦੇ ਵਿੱਚ ਓਵਰਲੈਪ ਕਰਨਾ ਹੈ ਤਾਂ ਉਹਨਾਂ ਕੋਲ ਹਰ ਇੱਕ ਕੋਲ ਇੱਕ ਅਨਪੇਅਰਡ ਇਲੈਕਟ੍ਰੋਨ ਹੋਣਾ ਚਾਹੀਦਾ ਰਾਈਟ Is this clear? ਹੁਣ ਇਸੇ ਕਨਸੈਪਟ ਨੂੰ ਥੋੜਾ ਜਿਹਾ ਮੈਂ ਹੋਰ ਕਲੀਅਰ ਕਰਕੇ ਦੱਸਦੀ ਆ ਸੋ ਆਈ ਐਮ ਗੋਇੰਗ ਟੂ ਰਬ ਦਿਸ ਸੋ ਇਸ ਕਨਸੈਪਟ ਦੇ ਮੁਤਾਬਿਕ ਜਿਹੜੀ ਕੋਵਲੈਂਟ ਬੌਂਡ ਬਣਦੀ ਆ
ਕਿਸੇ ਵੀ ਐਟਮ ਦੇ ਆਊਟਰਮੋਸਟ ਸ਼ੈਲ ਦੇ ਹਾਫ ਫਿਲਡ ਇਲੈਕਟ੍ਰੋਨ ਦੇ ਓਵਰਲੈਪ ਕਰਨ ਨਾਲ ਬਣਦੀ ਹੈ, ਰਾਈਟ। ਸੋ ਇਸ ਆਰਬਿਟਲ ਕਨਸੈਪਟ ਦੇ ਮੁਤਾਬਿਕ ਆਪਾਂ ਐਗਜ਼ਾਮਪਲ ਲੈਂਦੇ ਹਾਂ। ਫॉर ਐਗਜ਼ਾਮਪਲ ਫਾਰਮੇਸ਼ਨ ਆਫ H2 ਮੋਲੀਕਿਊਲ। H2 ਮੋਲੀਕਿਊਲ ਕਿੱਦਾਂ ਬਣਦਾ ਹੈ ਜੀ ਇਹ H2 ਮੋਲੀਕਿਊਲ, ਰਾਈਟ। H2 ਮੋਲੀਕਿਊਲ ਇਹਦੇ ਚ ਕਿਹੜੇ ਦੋ ਐਟਮ ਪਾਰਟਿਸਿਪੇਟ ਕਰਦੇ ਆ? ਹਾਈਡਰੋਜਨ। ਹਾਈਡਰੋਜਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੁੰਦੀ ਹੈ? 1s1। ਔਰ ਜੇ ਮੈਂ ਇਹਦੀ ਆਰਬਿਟਲ ਪਿਕਚਰ ਡਰਾ ਕਰਾਂ, ਇਹ ਇਦਾਂ ਬਣਦੀ ਹੈ ਇਹਦੀ ਕਨਫੀਗਰੇਸ਼ਨ 1s1। ਇੱਕ ਹਾਈਡਰੋਜਨ ਆ, ਦੂਸਰੀ ਹਾਈਡਰੋਜਨ, ਠੀਕ ਹੈ। ਇਹਦੀ ਵੀ ਕਨਫੀਗਰੇਸ਼ਨ ਕੀ ਹੋਊਗੀ? 1s1। ਇੱਥੇ ਹੁਣ ਸਪਿਨ ਨਹੀਂ ਪਤਾ ਲੱਗ ਰਹੀ ਇਲੈਕਟ੍ਰੋਨ ਦੀ, ਲੇਕਿਨ ਜੇ ਅਸੀਂ ਆਰਬਿਟਲ ਪਿਕਚਰ ਡਰਾ ਕਰਾਂਗੇ ਤਾਂ ਇਸ ਇਲੈਕਟ੍ਰੋਨ ਦੀ ਸਪਿਨ ਅਸੀਂ ਡਾਊਨਵਰਡ ਰੱਖਣੀ ਹੈ, ਰਾਈਟ। ਜਦੋਂ ਇਹਨਾਂ ਦੋਨਾਂ ਐਟਮਸ ਨੇ ਆਪਸ ਦੇ ਵਿੱਚ ਜੁੜਨਾ ਹੈ, ਮੰਨ ਲਓ ਆ ਮੇਰੇ ਕੋਲ ਇੱਕ ਹਾਈਡਰੋਜਨ ਐਟਮ ਹੈ, ਠੀਕ, ਔਰ ਇਸ ਹਾਈਡਰੋਜਨ ਐਟਮ ਦਾ ਕਿਹੜਾ ਆਰਬਿਟਲ ਹੈ? 1s। ਔਰ ਇਹਦੇ ਵਿੱਚ ਜਿਹੜੀ ਇਲੈਕਟ੍ਰੋਨ ਦੀ ਸਪਿਨ ਹੈ ਉਹ ਅਸੀਂ ਕਿੱਥੇ ਰੱਖਣੀ ਆ? ਦੈਟ ਇਜ਼ ਅਪਵਰਡ। ਆ ਇਹਦਾ ਨਿਊਕਲੀਅਸ ਹੈ, ਰਾਈਟ। ਔਰ ਆ ਦੂਸਰਾ ਹਾਈਡਰੋਜਨ ਐਟਮ ਹੈ, ਠੀਕ। 1s ਜਿਹੜਾ s ਆਰਬਿਟਲ ਹੁੰਦਾ, ਸਾਨੂੰ ਪਤਾ ਉਹਦੀ ਸ਼ੇਪ ਕੀ ਹੁੰਦੀ ਹੈ? ਸਫੈਰਿਕਲ ਸਿਮੈਟ੍ਰੀਕਲ। 1s ਆ ਦੂਸਰਾ ਹਾਈਡਰੋਜਨ ਐਟਮ ਹੈ, ਰਾਈਟ। ਔਰ ਇਹਦੇ ਵਿੱਚ ਆ ਨਿਊਕਲੀਅਸ ਹੈ ਇਹਦਾ, ਲੇਕਿਨ ਇਹਦੇ ਇਲੈਕਟ੍ਰੋਨ ਦੀ ਸਪਿਨ ਅਸੀਂ ਕੀ ਲਿਖਣੀ ਹੈ? ਡਾਊਨਵਰਡ। ਜਦੋਂ ਇਹ ਆਪਸ ਦੇ ਵਿੱਚ ਇਹਨਾਂ ਨੇ ਕੋਵਲੈਂਟ ਬੌਂਡ ਬਣਾਉਣੀ ਆ, ਇੱਕ ਦੂਜੇ ਨਾਲ ਇਲੈਕਟ੍ਰੋਨ ਮਿਊਚੁਅਲੀ ਸ਼ੇਅਰ ਕਰਨਗੇ। ਮਤਲਬ ਜੇ ਇੱਕ ਇਲੈਕਟ੍ਰੋਨ ਇਹਨੇ ਕੰਟਰੀਬਿਊਟ ਕੀਤਾ, ਇੱਕ ਇਲੈਕਟ੍ਰੋਨ ਇਹਨੇ ਕੰਟਰੀਬਿਊਟ ਕੀਤਾ। ਲੇਕਿਨ ਆਰਬਿਟਲ ਕਨਸੈਪਟ ਦੇ ਮੁਤਾਬਿਕ ਜਦੋਂ ਕੋਵਲੈਂਟ ਬੌਂਡ ਬਣਨੀ ਆ, ਕੱਲੇ ਇਲੈਕਟ੍ਰੋਨ ਹੀ ਸ਼ੇਅਰ ਨਹੀਂ ਹੋਣੇ, ਬਲਕਿ ਐਟਮ ਨੇ ਆਪਣੇ ਆਰਬਿਟਲਸ ਵੀ ਇੱਕ ਦੂਜੇ ਨਾਲ ਸ਼ੇਅਰ ਕਰਨੇ ਆ, ਰਾਈਟ। ਸੋ ਆਹ ਇੱਕ ਐਟੋਮਿਕ ਆਰਬਿਟਲ 1s ਪਹਿਲੇ ਹਾਈਡਰੋਜਨ ਦਾ, ਇਹਨੂੰ ਤੁਸੀਂ ਚਾਹੇ 1 ਮਾਰਕ ਕਰ ਲਓ, 2 ਮਾਰਕ ਕਰ ਲਓ, ਰਾਈਟ। ਦਿਸ ਇਜ਼ 2 ਐਂਡ ਦਿਸ ਇਜ਼ 1। ਆ ਇੱਕ ਹਾਈਡਰੋਜਨ ਹੈ, ਠੀਕ ਹੈ, ਆ ਇਹਦਾ ਨਿਊਕਲੀਅਸ, ਔਰ ਆ ਦੂਸਰਾ ਹਾਈਡਰੋਜਨ ਹੈ, ਰਾਈਟ, ਆ ਇਹਦਾ ਨਿਊਕਲੀਅਸ। ਲੇਕਿਨ ਆ ਜਿਹੜੀ ਜਗ੍ਹਾ ਇਹਨਾਂ ਦੀ ਕਾਮਨ ਜਗ੍ਹਾ ਹੈਗੀ ਆ, ਇਸ ਜਗ੍ਹਾ ਤੇ ਇਹ ਆਪਣੇ ਇਲੈਕਟ੍ਰੋਨ ਰੱਖਣਗੇ। ਥੋੜਾ ਜਿਹਾ ਵੱਡਾ ਬਣਾ ਦਈਏ, ਰਾਈਟ। ਆ ਜਿਹੜੀ ਕਾਮਨ ਜਗ੍ਹਾ ਹੈਗੀ ਆ, ਇਹਦੇ ਤੇ ਇਹ ਆਪਣੇ ਇਲੈਕਟ੍ਰੋਨ ਜਿਹੜੇ ਆ ਉਹ ਕੈਰੀ ਕਰਨਗੇ। ਦਿਸ ਵਨ, ਇਹਦਾ ਇਲੈਕਟ੍ਰੋਨ, ਇਹਦਾ ਇਲੈਕਟ੍ਰੋਨ। ਦਿਸ ਇਜ਼ 1s, ਦਿਸ ਇਜ਼ 1s, ਆ ਇੱਕ ਹਾਈਡਰੋਜਨ, ਆ ਦੂਸਰੀ ਹਾਈਡਰੋਜਨ, ਰਾਈਟ। ਮਤਲਬ ਜਦੋਂ ਇਹਨਾਂ ਨੇ ਇੱਕ ਦੂਜੇ ਨਾਲ ਆਪਸ ਦੇ ਵਿੱਚ ਬਾਈਂਡ ਕਰਨਾ ਹੈ ਤਾਂ ਇੱਕ ਦੂਜੇ ਨਾਲ ਇਲੈਕਟ੍ਰੋਨ ਵੀ ਸ਼ੇਅਰ ਕਰਨੇ ਆ, ਔਰ ਨਾਲ ਦੀ ਨਾਲ ਆਪਣੇ ਆਰਬਿਟਲ ਵੀ ਸ਼ੇਅਰ ਕਰਨੇ ਆ। ਔਰ ਜਿਹੜੇ ਸ਼ੇਅਰਡ ਪੇਅਰ ਇਲੈਕਟ੍ਰੋਨ ਹੈ ਉਹ ਕਿੱਥੇ ਰਹਿਣਗੇ? ਇਸ ਸ਼ੇਅਰਡ ਏਰੀਆ ਦੇ ਵਿੱਚ। ਹੁਣ ਆ ਜਿਹੜੇ ਆਰਬਿਟਲ ਸੀ, ਇਹਨਾਂ ਨੂੰ ਅਸੀਂ ਨਾਮ ਦੇਵਾਂਗੇ, ਦੇ ਆਰ ਨੋਨ ਐਸ ਐਟੋਮਿਕ orbitals. They are known as atomic orbitals. ਜਦੋਂ ਹੁਣ ਇਹਨਾਂ ਨੇ ਆਪਸ ਦੇ ਵਿੱਚ ਓਵਰਲੈਪਿੰਗ ਕਰ ਲਈ, ਸਾਡੇ ਕੋਲ ਨਵੇਂ ਤਰ੍ਹਾਂ ਦਾ ਇੱਕ ਆਰਬਿਟਲ ਬਣ ਜਾਣਾ, ਜਿਹਦੇ ਵਿੱਚ ਆ ਏਰੀਆ ਜਿਹੜਾ ਇਹਨਾਂ ਦਾ ਕੀ ਹੈ? ਸਾਂਝਾ ਹੈ। ਇਹਦਾ ਨਿਊਕਲੀਅਸ, ਇਹਦਾ ਨਿਊਕਲੀਅਸ, ਇਹਦੇ ਦੋ ਸ਼ੇਅਰਡ ਇਲੈਕਟ੍ਰੋਨ ਹੈ। ਲੇਕਿਨ ਇਸ ਆਰਬਿਟਲ ਨੂੰ ਅਸੀਂ ਕੀ ਕਵਾਂਗੇ? ਦਿਸ ਆਰਬਿਟਲ ਇਜ਼ ਨਾਓ ਮੋਲੀਕਿਊਲਰ ਆਰਬਿਟਲ। ਔਰ ਇਹ ਸਾਡੇ ਕੋਲ ਕੀ ਆ ਹੁਣ? ਇਹ HH ਨਹੀਂ ਰਹਿ ਗਿਆ, ਦਿਸ ਇਜ਼ ਹਾਈਡਰੋਜਨ ਮੋਲੀਕਿਊਲ, H2। ਦਿਸ ਇਜ਼ ਹਾਈਡਰੋਜਨ ਮੋਲੀਕਿਊਲ, ਔਰ ਮੋਲੀਕਿਊਲ ਦਾ ਜਿਹੜਾ ਆਰਬਿਟਲ ਹੈ ਉਹਨੂੰ ਅਸੀਂ ਨਾਮ ਕੀ ਦੇਵਾਂਗੇ? ਦਿਸ ਇਜ਼ ਨੋਨ ਐਜ਼ ਮੋਲੀਕਿਊਲਰ ਆਰਬਿਟਲ। ਸੋ ਦਿਸ ਇਜ਼ ਦਾ ਆਰਬਿਟਲ ਕਨਸੈਪਟ, ਜਿਹਦੇ ਮੁਤਾਬਿਕ ਕੋਵਲੈਂਟ ਬੌਂਡ ਬਣਾਉਣ ਲੱਗੇ ਇਕੱਲੇ ਇਲੈਕਟ੍ਰੋਨ ਹੀ ਨਹੀਂ ਸ਼ੇਅਰ ਹੁੰਦੇ ਹੈ, ਬਲਕਿ ਐਟਮਸ ਦੇ ਆਰਬਿਟਲ ਵੀ ਜਿਹੜੇ ਆ ਉਹ ਸ਼ੇਅਰ ਹੁੰਦੇ ਆ, ਰਾਈਟ। ਹੁਣ ਬੌਂਡ ਦੀ ਸਟਰੈਂਥ ਜਿਹੜੀ ਹੈ, ਜਦੋਂ ਇਹ ਆਰਬਿਟਲ ਸ਼ੇਅਰ ਹੋਣਗੇ એનર્ਜੀ ਰਿਲੀਜ਼ ਹੁੰਦੀ ਹੈ, ਔਰ ਕਿਸੇ ਵੀ ਜਿੰਨੀ ਜ਼ਿਆਦਾ ਓਵਰਲੈਪਿੰਗ ਕਰਨਗੇ ਇਹ ਆਰਬਿਟਲ, ਉਨੀ ਜ਼ਿਆਦਾ એનર્ਜੀ ਰਿਲੀਜ਼ ਹੋਊਗੀ ਔਰ ਉਨੀ ਹੀ ਜ਼ਿਆਦਾ ਬੌਂਡ ਦੀ ਸਟਰੈਂਥ ਹੋਊਗੀ, ਰਾਈਟ। ਸੋ ਦੈਟਸ ਆਲ ਸਟੂਡੈਂਟਸ। ਹੁਣ ਆਪਾਂ ਜਿਹੜੀ ਚੀਜ਼ ਡਿਸਕਸ ਕਰਨੀ ਹੈ, ਦੈਟ ਇਜ਼ then types of overlapping and nature of covalent bond. Types of overlapping, types of overlapping,
overlapping and nature of covalent bond. Types of overlapping and nature of covalent bond. Overlapping ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਰਾਈਟ? ਓਵਰਲੈਪਿੰਗ ਜਿਹੜੇ ਆਰਬਿਟਲ ਹੈ ਦੋ ਤਰੀਕੇ ਦੇ ਨਾਲ ਓਵਰਲੈਪ ਕਰ ਸਕਦੇ ਆ. ਵਨ ਟਾਈਪ ਇਜ਼ ਹੈਡ ਔਨ ਓਵਰਲੈਪਿੰਗ. ਹੈਡ ਔਨ ਓਵਰਲੈਪਿੰਗ. ਹੈਡ ਔਨ ਓਵਰਲੈਪਿੰਗ ਜਦੋਂ ਕੋਈ ਵੀ ਆਰਬਿਟਲ ਆਪਣੀ ਇੰਟਰ ਨਿਊਕਲੀਅਰ ਐਕਸਿਸ ਦੇ ਅਲੋਂਗ ਓਵਰਲੈਪ ਕਰਨ. ਇੰਟਰ ਨਿਊਕਲੀਅਰ ਐਕਸਿਸ ਮਤਲਬ ਉਹ ਲਾਈਨ ਜਿਹੜੀ ਨਿਊਕਲੀਅਸ ਦੇ ਵਿੱਚੋਂ ਦੀ ਪਾਸ ਹੋ ਕੇ ਜਾਵੇ. ਜਿਸ ਤਰ੍ਹਾਂ ਮੇਰੇ ਕੋਲ ਆ ਇੱਕ ਦਿਸ ਇਜ਼ ਦਾ ਨਿਊਕਲੀਅਸ, ਰਾਈਟ? ਆ ਇੱਕ ਐਟਮ ਹੈ, ਆ ਉਹਦਾ ਐਟੋਮਿਕ ਆਰਬਿਟਲ ਹੈ, ਰਾਈਟ? ਆ ਦੂਸਰਾ ਐਟਮ ਹੈ, ਆ ਉਹਦਾ ਐਟੋਮਿਕ ਆਰਬਿਟਲ ਹੈ, ਠੀਕ? ਇਹਨਾਂ ਨਿਊਕਲੀਅਸ, ਇਹਦਾ ਨਿਊਕਲੀਅਸ ਤੇ ਇਹਦੇ ਨਿਊਕਲੀਅਸ ਦੇ ਵਿੱਚੋਂ ਆ ਜਿਹੜੀ ਲਾਈਨ ਨਿਕਲ ਕੇ ਜਾਂਦੀ ਹੈ, ਦਿਸ ਲਾਈਨ ਇਜ਼ ਨੋਨ ਐਜ਼ ਇੰਟਰ ਨਿਊਕਲੀਅਰ ਐਕਸਿਸ. ਇੰਟਰ ਨਿਊਕਲੀਅਰ ਐਕਸਿਸ ਮਤਲਬ ਇਹਦੇ ਵਿੱਚ ਏਰੀਆ ਆਫ ਓਵਰਲੈਪਿੰਗ, ਆ ਜਿਹੜਾ ਏਰੀਆ ਓਵਰਲੈਪ ਹੋਇਆ, ਔਰ ਇੰਟਰ ਨਿਊਕਲੀਅਰ ਐਕਸਿਸ ਦੋਨੋਂ ਜਾਣੇ ਇੱਕੋ ਹੀ ਲਾਈਨ ਦੇ ਵਿੱਚ ਹੈ, ਰਾਈਟ? ਮਤਲਬ ਉਹ ਤਰ੍ਹਾਂ ਦੀ ਓਵਰਲੈਪਿੰਗ ਜਿਹਦੇ 'ਚ ਆਰਬਿਟਲ ਸਿੱਧੇ ਭਿੜਨ. ਇੰਟਰ ਨਿਊਕਲੀਅਰ ਐਕਸਿਸ ਦੇ ਅਲੋਂਗ ਓਵਰਲੈਪਿੰਗ ਹੁੰਦੀ ਆ. ਦੈਟ ਟਾਈਪ ਆਫ ਓਵਰਲੈਪਿੰਗ ਇਜ਼ ਨੋਨ ਐਜ਼ ਹੈਡ ਔਨ ਓਵਰਲੈਪਿੰਗ, ਰਾਈਟ? ਜੇ ਕੋਈ ਵੀ ਆਰਬਿਟਲ ਹੈਡ ਔਨ ਓਵਰਲੈਪਿੰਗ ਕਰਦੇ ਆ, ਉਸ ਦੇ ਦੌਰਾਨ ਜਿਹੜੀ ਕੋਵਲੈਂਟ ਬੌਂਡ ਬਣਦੀ ਆ, ਦੈਟ ਬੌਂਡ ਇਜ਼ ਨੋਨ ਐਜ਼ ਸਿਗਮਾ ਬੌਂਡ. ਕਿਹੜੀ ਬੌਂਡ ਕਹਿੰਦੇ ਆ ਅਸੀਂ ਇਹਨੂੰ? ਸਿਗਮਾ ਬੌਂਡ, ਰਾਈਟ? ਦੈਨ ਦੂਸਰੇ ਤਰ੍ਹਾਂ ਦੀ ਓਵਰਲੈਪਿੰਗ ਹੁੰਦੀ ਹੈ ਸਾਈਡ ਵਾਈਜ਼ ਓਵਰਲੈਪਿੰਗ. ਸਾਈਡ ਵਾਈਜ਼ ਓਵਰਲੈਪਿੰਗ. ਸਾਈਡ ਵਾਈਜ਼ ਓਵਰਲੈਪਿੰਗ ਕੀ ਹੁੰਦੀ ਆ? ਇਸ ਦੇ ਦੌਰਾਨ ਇਹ ਪੀ ਆਰਬਿਟਲ ਦੇ ਵਿੱਚ ਕਾਮਨ ਹੈ ਜ਼ਿਆਦਾ ਸਾਈਡ ਵਾਈਜ਼ ਓਵਰਲੈਪਿੰਗ. ਆ ਆਰਬਿਟਲ ਹੈ, ਇਹਦਾ ਨਿਊਕਲੀਅਸ ਹੈ, ਰਾਈਟ ਜੀ? ਵਟ ਇਜ਼ ਦਿਸ? ਦਿਸ ਇਜ਼ ਨਿਊਕਲੀਅਸ. ਆ ਸਾਡੇ ਕੋਲ ਇਸੇ ਤਰ੍ਹਾਂ ਦੂਸਰਾ ਆਰਬਿਟਲ ਹੈ, ਆ ਇਹਦਾ ਨਿਊਕਲੀਅਸ ਹੈ, ਰਾਈਟ? ਔਰ ਆ ਇੰਟਰ ਨਿਊਕਲੀਅਰ ਐਕਸਿਸ. ਦਿਸ ਇਜ਼ ਇੰਟਰ nuclear axis, right? And this is overlapping, partial overlapping of atomic orbitals, right? And ਆ ਸਾਡੇ ਕੋਲ ਕੀ ਆ? ਇਹਨਾਂ orbitals ਦੇ nucleus, ਰਾਈਟ? ਜਦੋਂ ਇਸ ਤਰ੍ਹਾਂ ਦੀ ਓਵਰਲੈਪਿੰਗ ਹੋਵੇ ਮਤਲਬ ਓਵਰਲੈਪਿੰਗ ਵਾਲਾ ਏਰੀਆ ਇੰਟਰ ਨਿਊਕਲੀਅਸ ਦੇ ਐਕਸਿਸ ਦੇ ਉੱਪਰ ਨੀਚੇ ਹੋਵੇ, ਰਾਈਟ? ਇਹ ਦੋਨੋਂ ਲੋਬ ਜਿਹੜੇ ਆ, ਔਰ ਇਹ ਪੀ ਆਰਬਿਟਲ ਦੇ ਵਿੱਚ ਜ਼ਿਆਦਾ ਕਾਮਨ ਹੈ ਕਿਉਂਕਿ ਪੀ ਆਰਬਿਟਲ ਦੀ ਸ਼ੇਪ ਡੰਬਲ ਸ਼ੇਪ ਹੁੰਦੀ ਹੈ. ਇਹਦੇ 'ਚ ਜਿਹੜਾ ਏਰੀਆ ਆਫ ਓਵਰਲੈਪਿੰਗ ਹੈ ਦੈਟ ਸ਼ੁੱਡ ਲਾਈ ਅਬਵ ਐਂਡ ਬਿਲੋ ਦਾ ਇੰਟਰ ਨਿਊਕਲੀਅਰ ਐਕਸਿਸ, ਰਾਈਟ? ਤਾਂ ਇਸ ਤਰ੍ਹਾਂ ਦੀ ਓਵਰਲੈਪਿੰਗ ਨੂੰ ਅਸੀਂ ਕਹਿੰਦੇ ਹਾਂ ਸਾਈਡ ਵਾਈਜ਼ ਓਵਰਲੈਪਿੰਗ. ਔਰ ਸਾਈਡ ਵਾਈਜ਼ ਓਵਰਲੈਪਿੰਗ ਦੇ ਥਰੂ ਜਿਹੜੀ ਬੌਂਡ ਬਣਦੀ ਆ, ਦੈਟ ਬੌਂਡ ਇਜ਼ ਨੋਨ ਐਜ਼ ਪਾਈ ਬੌਂਡ. ਇਹ ਗੱਲ ਯਾਦ ਰੱਖਣੀ ਹੈ. ਟਾਈਪਸ ਆਫ ਓਵਰਲੈਪਿੰਗ ਐਂਡ ਨੇਚਰ ਆਫ ਕੋਵਲੈਂਟ ਬੌਂਡ, ਰਾਈਟ? ਕੋਵਲੈਂਟ ਓਵਰਲੈਪਿੰਗ ਤੇ ਡਿਪੈਂਡ ਕਰਕੇ ਕੋਵਲੈਂਟ ਬੌਂਡ ਦੀਆਂ ਦੋ ਟਾਈਪ ਮੈਂ ਇੱਥੇ ਡਿਸਕਸ ਕੀਤੀਆਂ. ਵਨ ਇਜ਼ ਸਿਗਮਾ ਬੌਂਡ, ਅਦਰ ਵਨ ਇਜ਼ ਪਾਈ ਬੌਂਡ. ਸਿਗਮਾ ਬੌਂਡ ਬਣਦੀ ਹੈ ਜਦੋਂ ਆਰਬਿਟਲ ਇੰਟਰ ਨਿਊਕਲੀਅਰ ਐਕਸਿਸ ਦੇ ਅਲੋਂਗ ਓਵਰਲੈਪ ਕਰਨ. ਪਾਈ ਬੌਂਡ ਬਣਦੀ ਹੈ ਜਦੋਂ ਆਰਬਿਟਲ ਇੰਟਰ ਨਿਊਕਲੀਅਰ ਐਕਸਿਸ ਦੇ ਉੱਪਰ ਨੀਚੇ ਓਵਰਲੈਪ ਕਰਨ. ਦੈਟ ਟਾਈਪ ਆਫ ਓਵਰਲੈਪਿੰਗ ਇਜ਼ ਨੋਨ ਐਜ਼ ਸਾਈਡ ਵਾਈਜ਼ ਓਵਰਲੈਪਿੰਗ. ਸਾਈਡ ਵਾਈਜ਼ ਓਵਰਲੈਪਿੰਗ ਦੇ ਦੌਰਾਨ ਜਿਹੜੀ ਬੌਂਡ ਬਣਦੀ ਹੈ ਪਾਈ ਹੁੰਦੀ ਹੈ. ਹੈਡ ਔਨ ਓਵਰਲੈਪਿੰਗ ਦੇ ਦੌਰਾਨ ਜਿਹੜੀ ਬੌਂਡ ਬਣਦੀ ਆ ਉਹ ਹੁੰਦੀ ਹੈ ਜੀ ਸਿਗਮਾ. ਹੁਣ ਜਿਹੜੀ ਜੇ ਆਪਾਂ ਧਿਆਨ ਨਾਲ ਦੇਖੀਏ ਸਿਗਮਾ ਬੌਂਡ ਬਣਨ ਦੇ ਦੌਰਾਨ ਜਾਂ ਹੈਡ ਔਨ ਓਵਰਲੈਪਿੰਗ ਦੇ ਦੌਰਾਨ ਏਰੀਆ ਆਫ ਓਵਰਲੈਪਿੰਗ ਜ਼ਿਆਦਾ ਹੁੰਦਾ ਹੈ. ਅਸੀਂ ਕਹਾਂਗੇ ਐਕਸਟੈਂਟ ਆਫ ਓਵਰਲੈਪਿੰਗ ਇਜ਼ ਮੋਰ,
ਔਰ ਜਿੰਨਾ ਜ਼ਿਆਦਾ ਕੋਈ ਆਰਬਿਟਲ ਇੱਕ ਦੂਜੇ ਨਾਲ ਔਰ ਜ਼ਿਆਦਾ ਓਵਰਲੈਪ ਕਰਨਗੇ ਓਨੀ ਹੀ ਉਹ ਬੌਂਡ ਜ਼ਿਆਦਾ ਸਟਰੋਂਗ ਬਣੂਗੀ ਔਰ ਓਨੀ ਉਹਦੇ ਬਣਨ ਦੇ ਦੌਰਾਨ એનર્ਜੀ ਵੀ ਜ਼ਿਆਦਾ ਰਿਲੀਜ਼ ਹੁੰਦੀ ਆ ਰਾਈਟ। ਸੋ ਇੱਥੇ ਜੇ ਅਸੀਂ ਨਿਗਾਹ ਮਾਰੀਏ ਇੱਥੇ ਐਕਸਟੈਂਟ ਆਫ ਓਵਰਲੈਪਿੰਗ ਬਿਲਕੁਲ ਹੀ ਮਾੜੀ ਮਾੜੀ ਹੈ, ਥੋੜੀ ਥੋੜੀ ਆ ਔਰ એનર્ਜੀ ਵੀ ਇਸ ਬੌਂਡ ਦੇ ਬਣਨ ਦੇ ਦੌਰਾਨ ਘੱਟ ਰਿਲੀਜ਼ ਹੋਊਗੀ ਔਰ ਐਕਸਟੈਂਟ ਆਫ ਓਵਰਲੈਪਿੰਗ ਵੀ ਘੱਟ ਹੈ, ਇਸ ਕਰਕੇ ਆ ਬੌਂਡ ਇਸ ਬੌਂਡ ਦੇ ਕੰਪੈਰੀਟਿਵਲੀ ਵੀਕ ਬਣੂਗੀ। ਸੋ ਵੀ ਕੈਨ ਸੇ ਸਿਗਮਾ ਬੌਂਡ ਇਜ਼ a stronger bond in comparison to the pi bond. Why this is so? Because in case of sigma bond, the extent of overlapping is more. While in case of pi bond, the extent of overlapping is less. That's why this bond is weaker in comparison to this bond. So this is about the type of overlapping and nature of covalent bond formation. So इथों ਆਪਾਂ ਸਿਗਮਾ ਤੇ ਪਾਈ ਬੌਂਡ ਦੀ ਵੀ ਐਗਜ਼ਾਮਪਲ ਲੈ ਲੈਂਦੇ ਆ। ਵਟ ਇਜ਼ ਏ ਸਿਗਮਾ ਬੌਂਡ? ਦਿਸ ਇਜ਼ a type of covalent bond which is formed through the head-on overlapping. What is pi bond? This is a type of covalent bond which is formed through the sidewise overlapping. Is this clear? ਸੋ ਸਾਈਡ ਵਾਈਜ਼ ਓਵਰਲੈਪਿੰਗ ਦੇ ਥਰੂ ਪਾਈ ਬੌਂਡ ਬਣਦੀ ਆ, ਹੈਡ ਔਨ ਓਵਰਲੈਪਿੰਗ ਦੇ ਥਰੂ ਸਿਗਮਾ ਬੌਂਡ ਬਣਦੀ ਆ। ਇਸ ਤੋਂ ਬਾਅਦ ਕਿਹੜੇ ਕਿਹੜੇ ਆਰਬਿਟਲ ਕਿਸੇ ਦੇ ਨਾਲ ਓਵਰਲੈਪ ਕਰਦੇ ਆ ਉਹਦੇ ਤੇ ਡਿਪੈਂਡ ਕਰਦੇ ਸਿਗਮਾ ਤੇ ਸਿਗਮਾ ਬੌਂਡ ਦੀਆਂ ਜਿਹੜੀਆਂ ਕੁਝ ਅਲੱਗ-ਅਲੱਗ ਟਾਈਪਸ ਆਪਾਂ ਡਿਸਕਸ ਕਰਦੇ ਆ ਰਾਈਟ। ਸੋ ਟਾਈਪਸ ਆਫ ਓਵਰਲੈਪਿੰਗ ਐਂਡ ਨੇਚਰ ਆਫ ਕੋਵਲੈਂਟ ਬੌਂਡ ਨੂੰ ਹੀ ਆਪਾਂ ਅੱਗੇ ਕੰਟੀਨਿਊ ਕਰਕੇ ਇੱਕ ਟੌਪਿਕ ਮੈਂ ਹੁਣ ਦੱਸਦੀ ਆ ਦੈਟ ਇਜ਼ SS overlapping, SS overlapping, SS overlapping ਕੀ ਹੁੰਦੀ ਆ? ਜਦੋਂ ਇੱਕ ਐਟਮ ਦਾ s ਆਰਬਿਟਲ ਤੇ ਦੂਸਰੇ ਐਟਮ ਦਾ s ਆਰਬਿਟਲ ਆਪਸ ਦੇ ਵਿੱਚ ਓਵਰਲੈਪ ਕਰਨ, that type of overlapping is known as the SS overlapping. ਔਰ ਦੂਸਰੇ ਟਾਈਪ ਦੀ ਓਵਰਲੈਪਿੰਗ ਇੱਥੇ ਆ ਗਈ ਜੀ PP ਓਵਰਲੈਪਿੰਗ, PP ਓਵਰਲੈਪਿੰਗ। ਜਦੋਂ ਦੋ p ਆਰਬਿਟਲ ਆਪਸ ਦੇ ਵਿੱਚ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ ਨਹੀਂ ਬਲਕਿ ਉਹਦੇ ਉੱਪਰ ਜਾਂ ਥੱਲੇ ਓਵਰਲੈਪ ਕਰਦੇ ਆ, ਫਿਰ ਇਸ PP ਓਵਰਲੈਪਿੰਗ ਦੇ ਥਰੂ ਜਿਹੜੀ ਬੌਂਡ ਬਣਦੀ ਆ ਉਹਨੂੰ ਅਸੀਂ ਪਾਈ ਬੌਂਡ ਕਹਿੰਦੇ ਆ। ਪਰ ਜੇ ਸਾਡੇ ਕੋਲ PP ਓਵਰਲੈਪਿੰਗ ਇਸ ਤਰੀਕੇ ਨਾਲ ਹੁੰਦੀ ਆ, ਮੰਨ ਲਓ ਆਹ ਸਾਡੇ ਕੋਲ ਇੱਕ p ਆਰਬਿਟਲ ਹੈ, ਆਹ ਸਾਡੇ ਕੋਲ ਦੂਸਰਾ p ਆਰਬਿਟਲ ਹੈ, ਆ ਇਹਦਾ ਨਿਊਕਲੀਅਸ ਆ ਇਹਦਾ ਨਿਊਕਲੀਅਸ, ਜੇ ਮੈਂ ਇਹਦੇ ਵਿੱਚੋਂ ਦੀ ਲਾਈਨ ਮਾਰਦਾ ਤਾਂ ਏਰੀਆ ਆਫ ਓਵਰਲੈਪਿੰਗ ਜਿਹੜਾ ਹੈ ਉਹ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ ਹੀ ਹੈਗਾ, ਇਸ ਕਰਕੇ ਇੱਥੇ ਜਿਹੜੀ ਬੌਂਡ ਬਣੂਗੀ ਦੈਟ ਵਿਲ ਬੀ PP ਸਿਗਮਾ ਬੌਂਡ। ਅਦਰਵਾਈਜ਼ ਜੇ ਇਹ ਆਰਬਿਟਲ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਓਵਰਲੈਪ ਕਰਦੇ ਆ ਦੈਨ ਫਿਰ ਸਾਡੇ ਕੋਲ ਜਿਹੜੀ ਬੌਂਡ ਬਣਦੀ ਹੈ ਦੈਟ ਇਜ਼ PP pi bond. That bond is PP pi bond and this bond is PP sigma bond, right? ਇਸੇ ਤਰ੍ਹਾਂ ਇੱਕ ਹੋਰ ਟਾਈਪ ਦੀ ਬੌਂਡ ਵੀ ਹੈਗੀ ਆ that is SP overlapping, SP overlapping। ਜਿਸ ਤਰ੍ਹਾਂ ਅਸੀਂ SS overlapping ਕੀਤੀ ਆ ਇਸੇ ਤਰ੍ਹਾਂ ਸਾਡੇ ਕੋਲ SP ਓਵਰਲੈਪਿੰਗ ਹੁੰਦੀ ਆ। SP ਓਵਰਲੈਪਿੰਗ ਮਤਲਬ ਇੱਕ ਐਟਮ ਦਾ s ਆਰਬਿਟਲ ਤੇ ਦੂਸਰੇ ਐਟਮ ਦਾ p ਆਰਬਿਟਲ ਇੱਕ ਦੂਜੇ ਨਾਲ ਓਵਰਲੈਪ ਕਰਨ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ, ਇਸ ਤਰ੍ਹਾਂ ਦੀ ਇਹ ਬੌਂਡ ਨੂੰ ਅਸੀਂ ਕਹਿੰਦੇ ਆ SP ਸਿਗਮਾ ਬੌਂਡ ਔਰ ਇਸ ਓਵਰਲੈਪਿੰਗ ਨੂੰ ਕਹਿੰਦੇ ਆ ਅਸੀਂ SP ਓਵਰਲੈਪਿੰਗ ਰਾਈਟ, ਕਿਉਂਕਿ ਇਹ ਓਵਰਲੈਪਿੰਗ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ ਹੀ ਹੋਈ ਹੈ, ਇਸ ਕਰਕੇ ਅਸੀਂ ਇਸ ਓਵਰਲੈਪਿੰਗ ਜਿਹੜੀ ਆ ਉਹਨੂੰ ਹੈਡ ਔਨ ਓਵਰਲੈਪਿੰਗ ਹੀ ਕਵਾਂਗੇ ਔਰ ਬੌਂਡ ਵੀ ਕਿਹੜੀ ਬਣੂਗੀ ਸਾਡੇ ਕੋਲ ਸਿਗਮਾ ਬੌਂਡ ਬਣੂਗੀ। ਇਜ਼ ਦਿਸ ਕਲੀਅਰ? ਸੋ ਕਿੱਦਾਂ ਦੇ ਆਰਬਿਟਲ ਇੱਕ ਦੂਜੇ ਨਾਲ ਓਵਰਲੈਪ ਕਰਦੇ ਆ, ਇਸ ਤਰੀਕੇ ਦੇ ਨਾਲ ਸਾਡੇ ਕੋਲ ਕੋਵਲੈਂਟ ਬੌਂਡ ਦੀ ਜਿਹੜੀ ਨੇਚਰ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ। ਬੇਸਿਕਲੀ ਇਹ ਬੌਂਡ ਦੋ ਤਰ੍ਹਾਂ ਦੀ ਆ, ਵਨ ਇਜ਼ ਸਿਗਮਾ ਬੌਂਡ
sigma bond is formed through the head-on overlapping. Head-on overlapping मतलब internuclear axis ਦੇ along overlapping. और दूसरे तरह ਦੀ bond ਕਿਹੜੀ ਹੈ pi bond, and this bond is formed through the ਸਾਈਡ ਵਾਈਜ਼ ਓਵਰਲੈਪਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਕਿ ਇੰਟਰਨਿਊਕਲੀਅਰ ਐਕਸਿਸ ਦੇ ਅਬਵ ਜਾਂ ਬਿਲੋ ਹੋਵੇ। ਇਜ਼ ਦਿਸ ਕਲੀਅਰ? ਸੋ ਇਹ ਟਾਈਪ ਆਫ ਓਵਰਲੈਪਿੰਗ ਦੇ ਥਰੂ ਸਾਡੇ ਕੋਲ ਬੌਂਡ ਅਸੀਂ ਡਿਸਕਸ ਕੀਤੀਆਂ। ਹੁਣ ਰਾਜੇ ਸਾਡੇ ਕੋਲ ਇੱਕ ਉਹਨਾਂ ਨੇ ਕੁਐਸਚਨ ਪੁੱਛਿਆ ਹੈ ਕਿ ਸਿਗਮਾ ਔਰ ਪਾਈ ਬੌਂਡ ਚੋਂ ਕਿਹੜੀ ਬੌਂਡ ਸਟਰੋਂਗ ਹੁੰਦੀ ਹੈ। ਅਸੀਂ ਕਿਹਾ ਕਿ ਸਿਗਮਾ ਬੌਂਡ ਸਟਰੋਂਗ ਹੁੰਦੀ ਹੈ ਕਿਉਂਕਿ ਉਹਦੇ 'ਚ ਐਕਸਟੈਂਟ ਆਫ ਓਵਰਲੈਪਿੰਗ ਜ਼ਿਆਦਾ ਹੁੰਦੀ ਹੈ, ਰਾਈਟ। और दूसरी चीज साढ़े कोल की है कि एस एस सिग्मा बॉन्ड, एस पी सिग्मा बॉन्ड या पी पी सिग्मा बॉन्ड, राइट। एस एस सिग्मा बॉन्ड, एस पी सिग्मा बॉन्ड एंड पी पी सिग्मा बॉन्ड, इन्हां तिन्नां चों किहड़ियां ज़्यादा स्ट्रोंग है। एस एस सिग्मा बॉन्ड जो दो एस ऑर्बिटल एक दूजे नाल ओवरलैप करन। एस पी दिस इज एस एस, राइट, दिस इज इंटरन्यूक्लियर एक्सिस, ठीक। और एस पी मतलब एक एस ऑर्बिटल होवे दूसरा पी ऑर्बिटल होवे, एक दूजे नाल ओवरलैप करन। दिस इज एस एंड दिस इज पी, राइट, दिस इज एस पी ओवरलैपिंग एंड दिस बॉन्ड विल बी एस पी सिग्मा बॉन्ड एंड दिस वन विल बी एस एस सिग्मा बॉन्ड। एंड अगे साढ़े कोल जे दो पी ऑर्बिटल आपस दे विच और ओवरलैप कर जान, राइट, दिस वन एक पी है और दूसरा पी है, दिस इज पी पी, राइट। सो दिस इज पी पी सिग्मा बॉन्ड। ਹੁਣ ਜੇ ਮੈਨੂੰ ਕੁਐਸਚਨ ਕੀਤਾ ਜਾਵੇ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਸਟਰੋਂਗ ਬੌਂਡ ਹੈ, ਦਿਸ ਵਨ ਹਾਈਲੀ ਸਟਰੋਂਗ, ਇਹ ਦੂਜੇ ਨੰਬਰ ਤੇ ਆ ਤੀਸਰੇ ਨੰਬਰ ਤੇ। ਸੋ ਐਸ ਐਸ ਸਿਗਮਾ ਬੌਂਡ ਇਜ਼ ਸਟਰੋਂਗਰ ਦੈਨ ਐਸ ਪੀ ਸਿਗਮਾ ਬੌਂਡ ਐਂਡ ਐਸ ਪੀ ਸਿਗਮਾ ਬੌਂਡ ਇਜ਼ ਸਟਰੋਂਗਰ ਦੈਨ ਪੀ ਪੀ ਸਿਗਮਾ ਬੌਂਡ। ਸੋ ਦਿਸ ਇਜ਼ ਦਾ ਸਟਰੈਂਥ ਆਰਡਰ of these bonds, right। so ਇਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਟਾਈਪ ਆਫ ਓਵਰਲੈਪਿੰਗ ਡਿਸਕਸ ਕੀਤੀ ਆ, ਇਹਦੇ ਥਰੂ ਇੱਕ ਥੋੜੇ ਜਿਹਾ ਮੈਂ ਅਲੱਗ-ਅਲੱਗ ਮੋਲੀਕਿਊਲਸ ਦੀ ਫਾਰਮੇਸ਼ਨ ਥੋੜੀ ਜੀ ਸਮਝਾ ਦਾਂ, ਰਾਈਟ। ਸੋ formation of hydrogen, oxygen and N2 molecules through orbital concept ਦੇ ਥਰੂ ਇਹ ਤਿੰਨੋਂ ਮੋਲੀਕਿਊਲ ਕਿੱਦਾਂ ਬਣਦੇ ਆ। ਹਾਈਡਰੋਜਨ ਵੈਸੇ ਮੈਂ ਆਲਰੇਡੀ ਦੱਸ ਹੀ ਦਿੱਤਾ ਹੋਇਆ ਕਿ ਹਾਈਡਰੋਜਨ ਮੋਲੀਕਿਊਲ, ਹਾਈਡਰੋਜਨ ਐਟਮ H2, ਰਾਈਟ। किस तरह बनाना है हाइड्रोजन इलेक्ट्रॉनिक कन्फिगरेशन 1s1, सो 1s1 इदा लिख सकते हैं। सो इस तरीके दे नाल दो हाइड्रोजन है, दोनों के 1s ऑर्बिटल असी लिखने हैं, आए दा हो गया। दूसरे हाइड्रोजन दा 1s इहदी स्पिन डाउनवर्ड कर देनी है, फिर इन्हां ऑर्बिटल्स नूं आपस दे विच असी ओवरलैप दिखा देना। दिस इज वन हाइड्रोजन, न्यूक्लियस बेशक ना दिखाओ, 1s, दूसरे का 1s, आ साडे कोल की है H2 मॉलिक्यूल, राइट। ये हाइड्रोजन की बनतर इस तरीके दे नाल। और जे असी दूसरा मॉलिक्यूल दिखाना O2, ਇਹਦੇ 'ਚ ਹੁਣ ਦੋ ਹਾਈਡਰੋਜਨ ਐਟਮ ਇੱਕ ਦੂਜੇ ਨਾਲ ਇੱਕੋ ਹੀ ਪੇਅਰ ਸ਼ੇਅਰ ਹੋਇਆ, ਇਸ ਕਰਕੇ ਦੋਨਾਂ ਦੇ ਵਿੱਚ ਜਿਹੜੀ ਬੌਂਡ ਬਣੂਗੀ ਦੈਟ ਇਜ਼ ਸਿੰਗਲ ਕੋਵੈਲੈਂਟ ਬੌਂਡ, ਰਾਈਟ। ਨੈਕਸਟ ਆਪਾਂ ਜਿਹੜਾ ਮੋਲੀਕਿਊਲ ਦੀ ਫਾਰਮੇਸ਼ਨ ਸਮਝਣੀ ਆ ਦੈਟ ਇਜ਼ O2 ਮੋਲੀਕਿਊਲ। O2 ਮੋਲੀਕਿਊਲ, ਦੋ ਆਕਸੀਜਨ ਐਟਮ, O2 ਮੋਲੀਕਿਊਲ। O2 molecule, oxygen molecule किस तरह बनाना आपा, how to discuss its formation। O2 molecule,
ਸੋ O2 ਮੋਲੀਕਿਊਲ ਦੇ ਕੇਸ ਦੇ ਵਿੱਚ ਦੋਨੋਂ ਐਟਮ ਕੀ ਆ, ਆਕਸੀਜਨ 8। ਹੁਣ ਆਪਾਂ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਾਂਗੇ 1s2 2s2 2p, 8 ਇਲੈਕਟ੍ਰੋਨ ਹੈ, 2 2 4 5 6 7 8, ਰਾਈਟ। ਹੁਣ ਇਹਨਾਂ ਦੇ ਵਿੱਚੋਂ ਵੀ 2p ਦੇ ਵਿੱਚੋਂ ਆ ਜਿਹੜਾ ਆਰਬਿਟਲ ਦਿਸ ਇਜ਼ 2px 2py ਐਂਡ 2pz, ਆ ਇੱਕ ਆਕਸੀਜਨ ਦੂਸਰੀ ਆਕਸੀਜਨ, ਇਹਦੀ ਵੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਬਣੂਗੀ 1s2 2s2, ਜਿਹੜੇ ਡੀਜਨਰੇਟਿਡ ਆਰਬਿਟਲ ਹੈ ਹਮੇਸ਼ਾ ਜੋੜ ਕੇ ਲਿਖਣੇ ਆ, ਦਿਸ ਇਜ਼ 2px 2py 2pz। ਇਸੇ ਤਰ੍ਹਾਂ ਇਹਨਾਂ ਦੇ ਵਿੱਚ ਇਲੈਕਟ੍ਰੋਨ ਦੀ ਡਿਸਟ੍ਰੀਬਿਊਸ਼ਨ ਅਸੀਂ ਕਿੱਦਾਂ ਕਰਨੀ ਆ। ਹੁਣ ਇਹਦੇ 'ਚ ਜਿਹੜੇ ਇਲੈਕਟ੍ਰੋਨ ਪਾਣੇ ਆ ਉਹਨਾਂ ਦੇ ਸਪਿਨ ਡਾਊਨਵਰਡ ਕਰ ਦਿਓ। ਆ ਤਾਂ ਦੋਨੇ ਪੇਅਰਡ ਹੀ ਹੈਗੇ, ਇਹਨਾਂ ਨੂੰ ਵਿੱਚ ਇਨਵੋਲਵ ਨਹੀਂ ਕਰਨਾ, ਇਹਨਾਂ ਦੋਨਾਂ ਦੀ ਸਪਿਨ ਡਾਊਨਵਰਡ ਕਰਨੀ ਆ, ਰਾਈਟ। ਹੁਣ ਰਾਜੇ ਉਹ ਕਹਿੰਦਾ ਕਿ ਜਦੋਂ ਕੋਵੈਲੈਂਟ ਬੌਂਡ ਬਣਦੀ ਆ ਇਹਨਾਂ ਐਟਮਸ ਦੇ ਆਊਟਰਮੋਸਟ ਸ਼ੈਲ ਦੇ ਆਰਬਿਟਲ ਇੱਕ ਦੂਜੇ ਨਾਲ ਓਵਰਲੈਪ ਕਰਦੇ ਆ, ਪ੍ਰੋਵਾਈਡਡ ਕਿ ਉਹ ਆਰਬਿਟਲ ਹਾਫ ਫਿਲਡ ਹੋਣੇ ਚਾਹੀਦੇ ਆ। ਹਾਫ ਫਿਲਡ ਦਾ ਮਤਲਬ ਜੇ ਇੱਕ ਆਰਬਿਟਲ ਦੇ ਵਿੱਚ 2 ਇਲੈਕਟ੍ਰੋਨ ਹੈ ਫੁੱਲੀ ਫਿਲਡ, ਜੇ ਉਸ ਆਰਬਿਟਲ ਦੇ ਵਿੱਚ 1 ਇਲੈਕਟ੍ਰੋਨ ਹੈ ਇਸ ਆਰਬਿਟਲ ਨੂੰ ਅਸੀਂ ਹਾਫ ਫਿਲਡ ਕਹਾਂਗੇ, ਰਾਈਟ। ਤਾਂ ਇਹਦੇ 'ਚ ਆਊਟਰਮੋਸਟ ਸ਼ੈਲ ਹੈਗਾ ਸੈਕਿੰਡ ਸ਼ੈਲ, ਦਿਸ ਵਨ, ਇਹਦਾ S ਵੀ ਭਰਿਆ ਹੋਇਆ 2px ਵੀ ਭਰਿਆ ਹੋਇਆ, ਇਹ ਦੋਨੋਂ ਆਰਬਿਟਲ ਫੁੱਲੀ ਫਿਲਡ ਹੈ। ਤਾਂ ਕਿਹੜੇ ਓਵਰਲੈਪਿੰਗ 'ਚ ਹਿੱਸਾ ਲੈਣਗੇ 2py ਤੇ 2pz, ਔਰ ਇਹਨਾਂ ਦੀ ਓਵਰਲੈਪਿੰਗ ਅਸੀਂ ਇਸ ਤਰ੍ਹਾਂ ਦਿਖਾ ਦਿੰਦੇ ਹਾਂ, ਰਾਈਟ। ਇੱਕ ਤਾਂ ਇਹ ਕਨਸੈਪਟ ਹੈ। ਕਿੰਨੇ ਪੇਅਰ ਆਪਸ ਦੇ ਵਿੱਚ ਓਵਰਲੈਪ ਕੀਤੇ 2, ਤਾਂ ਇਹਨਾਂ ਆਕਸੀਜਨ ਨੂੰ ਅਸੀਂ 2 ਬੌਂਡ ਨਾਲ ਦਿਖਾ ਦੇਣਾ, ਦਿਸ ਇਜ਼ ਡਬਲ ਕੋਵੈਲੈਂਟ ਬੌਂਡ। ਇੱਕ ਤਾਂ ਇਹ ਤਰੀਕਾ ਹੋ ਗਿਆ ਇਹਨੂੰ ਦਿਖਾਉਣ ਦਾ। ਦੂਸਰਾ ਅਸੀਂ ਆਰਬਿਟਲ ਡਰਾ ਕਰਕੇ ਵੀ ਦਿਖਾ ਸਕਦੇ ਹਾਂ। ਆ ਇੱਕ ਆਕਸੀਜਨ ਐਟਮ, ਠੀਕ ਹੈ, ਇਹਦਾ ਇੱਕ 2py ਆਰਬਿਟਲ ਹੈ, ਦੂਸਰਾ 2pz, x ਨਹੀਂ ਹੈਗਾ। y ਆਰਬਿਟਲ ਨੂੰ ਆਪਾਂ ਇਸ ਸਾਈਡ ਤੇ ਡਰਾ ਕਰ ਦਈਏ ਇਸ ਤਰੀਕੇ ਦੇ ਨਾਲ, ਔਰ ਜਿਹੜਾ z ਆਰਬਿਟਲ ਹੈ ਉਹਨੂੰ ਆਪਾਂ ਇੱਦਾਂ ਡਰਾ ਕਰ ਦਿੰਨੇ ਆ, ਦਿਸ ਇਜ਼ 2pz ਐਂਡ ਦਿਸ ਵਨ ਇਜ਼ 2py। ਇਹਦਾ ਹਾਫ ਫਿਲਡ ਆਰਬਿਟ ਇਲੈਕਟ੍ਰੋਨ ਹੈ ਇਹਦਾ। ਇਸੇ ਤਰ੍ਹਾਂ ਦਿਸ ਇਜ਼ 1 ਆਕਸੀਜਨ ਐਟਮ, ਇਹਨੂੰ ਭਾਵੇਂ ਨਿਊਕਲੀਅਸ ਰੱਖ ਦਿਓ, ਇਹਨੂੰ ਆਕਸੀਜਨ ਲਿਖ ਦਿਓ ਇੱਥੇ, ਠੀਕ ਹੈ। ਇਸੇ ਤਰ੍ਹਾਂ ਨਹੀਂ, ਇਟ ਇਜ਼ ਰਾਈਟ, ਯੂ ਹੈਵ ਟੂ ਰਾਈਟ ਇਟ ਆਕਸੀਜਨ, ਸਮਝ ਆ ਜਾਂਦਾ। ਇਸੇ ਤਰ੍ਹਾਂ ਸਾਡੇ ਕੋਲ ਦੂਸਰਾ ਆਕਸੀਜਨ ਲਗਾ ਦਈਏ, ਠੀਕ ਹੈ। ਇਹਦਾ 2py ਆਰਬਿਟਲ ਹੈ, ਇਹਦਾ 2pz ਆਰਬਿਟਲ ਹੈ, ਰਾਈਟ। ਇਲੈਕਟ੍ਰੋਨ ਨੂੰ ਇਸ ਤਰ੍ਹਾਂ ਦਿਖਾ ਦਿਓ। ਹੁਣ ਰਾਜੇ ਜਿਹੜੇ y ਆ ਉਹ y ਨਾਲ ਓਵਰਲੈਪ ਕਰਨਗੇ, z ਨਾਲ, ਇਸ ਤਰ੍ਹਾਂ ਦਿਖਾ ਦਿਓ ਇਹਨਾਂ ਦੀ ਓਵਰਲੈਪਿੰਗ, ਰਾਈਟ। ਇਸ ਤਰੀਕੇ ਦੇ ਨਾਲ ਅਸੀਂ ਓਵਰਲੈਪਿੰਗ ਦਿਖਾ ਦੇਣੀ ਹੈ। ਜਿਹੜੇ ਟੇਢੇ ਆ ਉਹ ਟੇਢਿਆਂ ਨਾਲ ਓਵਰਲੈਪ ਕਰ ਦੇਣੇ ਆ, ਉੱਪਰਲੇ ਲੋਬ ਨੂੰ ਉੱਪਰਲੇ ਲੋਬ ਨਾਲ, ਤੇ ਥੱਲੇ ਵਾਲੇ ਲੋਬਸ ਨੂੰ ਥੱਲੇ ਵਾਲੇ ਲੋਬਸ ਨਾਲ। ਇਸ ਤਰੀਕੇ ਦੇ ਨਾਲ ਇਹਨਾਂ ਨੂੰ ਇਹਨਾਂ ਨਾਲ ਓਵਰਲੈਪ ਕਰ ਦਿਓ, ਔਰ ਇਹਨਾਂ ਨੂੰ ਇਹਨਾਂ ਨਾਲ ਓਵਰਲੈਪ ਕਰ ਦਿਓ। ਆ ਲਾਈਨਾਂ ਇੱਕ ਤਰ੍ਹਾਂ ਦੀ ਓਵਰਲੈਪਿੰਗ ਸ਼ੋ ਕਰਦੀਆਂ, ਰਾਈਟ। ਹੁਣ ਇੱਥੇ 2 ਆਰਬਿਟਲ ਓਵਰਲੈਪ ਕੀਤੇ, 2 ਇਲੈਕਟ੍ਰੋਨ ਪੇਅਰ ਸ਼ੇਅਰ ਹੋਏ ਆ, ਤੇ ਇਹਨਾਂ ਦੇ ਵਿੱਚ ਜਿਹੜੀ ਬੌਂਡ ਬਣੂਗੀ ਉਹ ਕਿਹੜੀ ਆ, ਡਬਲ ਬੌਂਡ ਬਣੂਗੀ। ਆ ਇੱਕ ਆਕਸੀਜਨ ਐਟਮ ਆ, ਦੂਸਰਾ, ਰਾਈਟ। ਸੋ ਇਹ ਉਹ ਆਰਬਿਟਲ ਓਵਰਲੈਪਿੰਗ ਦੇ ਥਰੂ ਅਸੀਂ ਕੋਵੈਲੈਂਟ ਬੌਂਡ ਦੀ ਫਾਰਮੇਸ਼ਨ ਕਿਸ ਤਰ੍ਹਾਂ ਸਮਝਾ ਸਕਦੇ ਹਾਂ। 2 ਆਰਬਿਟਲ ਓਵਰਲੈਪ ਕੀਤੇ ਆ, ਡਬਲ ਕੋਵੈਲੈਂਟ ਬੌਂਡ ਬਣੂਗੀ, ਲੇਕਿਨ ਇਹਨਾਂ ਦੇ ਵਿੱਚੋਂ ਇੱਕ ਬੌਂਡ ਸਿਗਮਾ ਹੋਊਗੀ ਤੇ ਦੂਸਰੀ ਬੌਂਡ ਕਿਹੜੀ ਹੋਊਗੀ, ਪਾਈ। ਸਪੋਜ਼ ਆਹ ਵਾਲੀ ਬੌਂਡ ਸਿਗਮਾ ਹੋਊਗੀ ਤੇ ਆਹ ਵਾਲੀ ਬੌਂਡ ਕੀ ਹੋਊਗੀ, ਪਾਈ ਹੋਊਗੀ, ਰਾਈਟ। ਇਜ਼ ਦਿਸ ਕਲੀਅਰ? ਸੌਰੀ, ਇਹਨੂੰ ਇੱਦਾਂ ਨਹੀਂ ਸਮਝਾਉਂਦੇ ਆਪਾਂ, ਇਹਨੂੰ ਇੱਦਾਂ ਸਮਝਾਉਂਦੇ ਹਾਂ, ਇੱਕ ਗਲਤੀ ਹੋ ਗਈ, ਰਾਈਟ। ਸਿਗਮਾ ਤੇ ਪਾਈ ਬੌਂਡ 2 ਬਣਾਉਣੇ ਅਸੀਂ, ਇਹਨੂੰ ਆਪਾਂ 2pz ਲਿਖ ਦਿੰਦੇ ਹਾਂ, 2pz, ਇਹਨੂੰ 2pz ਦੂਸਰੇ ਦਾ। ਇਹਦੇ 2 ਇਲੈਕਟ੍ਰੋਨ ਹੋ ਗਏ। ਅਸੀਂ ਪੈਰਲਰ ਜ਼ਰੂਰੀ ਨਹੀਂ ਇਹਨਾਂ ਨੂੰ ਇੱਦਾਂ ਸ਼ੋ ਕਰਨਾ, ਕਿਉਂਕਿ ਇੱਕ ਓਵਰਲੈਪਿੰਗ ਅਸੀਂ ਹੈਡ ਔਨ ਦਿਖਾਣੀ ਸੀਗੀ। ਇਹਦਾ ਸੌਰੀ, ਵੈਰੀ ਸੌਰੀ, ਇਸ ਨੂੰ ਇਸ ਤਰ੍ਹਾਂ ਦਿਖਾ ਦਿਓ,
this is 2py, this is 2py. एक ऑक्सीजन एटम आ दूसरा ऑक्सीजन एटम. सो एक ओवरलैपिंग इत्थे हैड ऑन हुई है, दूसरी साइड वाइज इत्थे जिहड़ी बॉन्ड बनूगी सिग्मा, इत्थे जिहड़ी बॉन्ड बनूगी दैट बॉन्ड विल बी पाई बॉन्ड. राइट, सो दिस कंसेप्ट इज द राइट कंसेप्ट. एक ओवरलैपिंग हैड ऑन दिखानी है, एक ओवरलैपिंग साइड वाइज. तो एक बॉन्ड सिग्मा बनानी है, एक बॉन्ड पाई बॉन्ड. दिस इज द फॉर्मेशन ऑफ ऑक्सीजन मॉलिक्यूल. राइट, हुण इस तरह आपां किहड़ा होर नवा मॉलिक्यूल देखते हैं, नाइट्रोजन मॉलिक्यूल N2. राइट, नाइट्रोजन मॉलिक्यूल जिहदे च दो नाइट्रोजन एटम एक दूजे नाल जुड़ते हैं. राइट, ऑक्सीजन की जगह ते हुण साडे कोल इत्थे एटम किहड़ा है, वी हैव नाइट्रोजन एटम. नाइट्रोजन एटम एटॉमिक नंबर 7. राइट, तो साडे कोल इलैक्ट्रॉनिक कन्फिगरेशन असीं इहदी नाइट्रोजन की किद्दां लिखनी है, लेट अस सी. 1s 2 2s 2, now 2px 2py 2pz. 2 2 4 5 6 7 इलैक्ट्रॉन इस तरीके नाल. 1s2 2s2 2px 2py 2pz इन इलैक्ट्रॉन दी स्पिन डाउनवर्ड. हुण राजे ये हाफ फिल्ड है सारे दे सारे. ठीक है, ये कोल भी ये साढ़े कोल जिहड़े आ इहदे कोल भी हाफ फिल्ड इलैक्ट्रॉन हैगे आ. ठीक, सैकेंड शैल दे विच 8 इलैक्ट्रॉन चाहिए है किन्ने, इहदे कोल 5 है. तो 3 3 की कमी है, तो 3 इलैक्ट्रॉन ये आपस दे विच शेयर करनगे. तो ये सारे तीनों दे तीनों ऑर्बिटल एक दूजे नाल ओवरलैप करनगे लाइक दिस. ठीक है जी, 3 ऑर्बिटल शेयर होए तो नाइट्रोजन नाइट्रोजन दे विच 3 पेयर शेयर होए तो एक पेयर मगर एक बॉन्ड 2 3. तो जिथे राजे साडे कोल ट्रिपल कोवलेंट बॉन्ड हुंदी आ उहदे च एक बॉन्ड सिग्मा हुंदी आ, तो बाकी दियां 2 बॉन्ड की हुंदियां पाई हुंदी है. राइट, हुण इन्हां इसे चीज़ नूं जे असीं ऑर्बिटल कंसैप्ट के मुताबिक समझाना चाहिए, जिवें पहलां फुੱਲ जे ड्रा कीते उदां आपां कर लांगे. नाइट्रोजन इहदे सारे ऑर्बिटल, दिस वन दिस इज 2px, ए दा 2px. हुण आप एक दूसरे नाइट्रोजन एटम दा 2py आ ए दा 2py, लेकिन इहदी स्पिन की रखनी है असी डाउनवर्ड. हुण आ ए दा 2pz, दिस इज 2py, दिस इज 2py, आ ए दा 2pz और इस तरह ए दा 2pz. राइट, इहदा इलैक्ट्रॉन की स्पिन अपवर्ड, इहदी डाउनवर्ड ऑलरेडी शेयर हो चुके हैं. ठीक है, हुण इस ऑर्बिटल दे हैड ऑन ओवरलैपिंग दिखाती. इत्थे जिहड़ी बॉन्ड बनूगी PP सिग्मा बॉन्ड. राइट, दिस बॉन्ड विल बी सिग्मा बॉन्ड. ये जिहड़ा इदां टेढ़ा ऑर्बिटल उहनूं टेढ़े नाल ते जिहड़ा सीधा है उहनूं सीधे नाल ओवरलैप कर दो. ठीक है, इस तरीके दे नाल टेढ़ियां नूं टेढ़ियां दे नाल, सिद्धियां नूं सिद्धे नाल. अपवर्ड लोब भी मीट करने हैं, डाउनवर्ड भी. राइट, सो इत्थे दोनों ते साइड वाइज ओवरलैपिंग हुई है. तो ये भी PP पाई बॉन्ड होगी, ये भी PP पाई बॉन्ड होगी. तो नाइट्रोजन की ट्रिपल बॉन्ड दे विचों 2 बॉन्ड पाई है, एक बॉन्ड सिग्मा हुंदी है. राइट, इस तरह ऑक्सीजन की डबल बॉन्ड दे विचों एक सिग्मा सी, दूसरी पाई सी. सो दिस इज ऑल अबाउट द फॉर्मेशन ऑफ हाइड्रोजन मॉलिक्यूल, ऑक्सीजन मॉलिक्यूल एंड नाइट्रोजन मॉलिक्यूल. और इन्हां दे विच बॉन्ड किहड़ी बनी है वो भी असीं ऑलरेडी डिस्कस कर चुके हैं. थैंक यू वेरी मच स्टूडेंट्स. सो इहदे नाल असीं ऑर्बिटल कंसैप्ट ऑफ कोवलेंट बॉन्ड फॉर्मेशन जिहड़ा इस टॉपिक नूं डिस्कस किया है. इस तो बाद अगला जिहड़ा टॉपिक मैं डिस्कस करना है दैट टॉपिक विल बी, वो मैं अपनी नैक्सट वीडियो दे विच डिस्कस करूँगी. उस टॉपिक का नाम है हाइब्रिडाइजेशन. थैंक यू वेरी मच स्टूडेंट्स.